अकाल जी, मैं राजदीप सिंह अलवेला। देश दुनिया न्यूज़ चैनल देखते दर्शकों का स्वागत है। मुख्य मंत्री चरणजीत सिंह चन्नी ਵੱਲੋਂ जिथे सूबे भर ਦੇ ਵਿੱਚ ਐਲਾਨ ਕੀਤੇ ਜਾ ਰਹੇ ਨੇ, ਹਲਕਾ ਸਮਰਾਲਾ ਦੇ ਵਿੱਚ ਜਿਹੜਾ ਕਿ ਸੜਕਾਂ ਦਾ ਬੁਰਾ ਹਾਲ ਹੈ, ਅੱਜ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਇਕੱਠੇ ਹੋ ਕੇ ਜਿਹੜਾ ਵਿਸ਼ਾਲ ਧਰਨਾ ਦਿੱਤਾ ਗਿਆ ਤੇ ਇਸ ਧਰਨੇ ਦੇ ਵਿੱਚ ਸਾਡੇ ਨਾਲ ਅਮਰਜੀਤ ਸਿੰਘ ਜੀ ਬਾਲੇ ਮੌਜੂਦ ਆ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ। ਕੀ ਕਹਿਣਾ ਸਰ ਅੱਜ ਦੇ ਬਾਰੇ ਜਿਹੜਾ ਤੁਸੀਂ ਧਰਨਾ ਲਾਇਆ? ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਅਤੇ ਦੇਸ਼ ਵਿਦੇਸ਼ ਚੈਨਲ ਦਾ ਮੈਂ ਧੰਨਵਾਦੀ ਹਾਂ। ਜੋ ਅੱਜ ਦਾ ਇਹ ਧਰਨਾ ਲੱਗਿਆ, ਇਹ ਕੋਈ ਅੱਜ ਨਵਾਂ ਧਰਨਾ ਨਹੀਂ ਲੱਗਿਆ, ਕਿਉਂਕਿ ਲਗਾਤਾਰ 15 ਸਾਲ ਹੋ ਗਏ ਨੇ, 3 ਸਰਕਾਰਾਂ ਬਦਲ ਗਈਆਂ। ਜਿਹੜੇ ਮਾਛੂਵਾੜਾ ਸਾਹਿਬ ਦੀਆਂ ਸੜਕਾਂ ਨੇ ਉਹ ਬਿਲਕੁਲ ਟੁੱਟੀਆਂ ਫੁੱਟੀਆਂ ਪਈਆਂ ਨੇ। ਲੋਕਾਂ ਗੋਡੇ ਗੋਡੇ ਟੋਇਆਂ 'ਚ ਹੀ ਲੰਘਦੇ ਨੇ। ਉਹ ਜਿਹੜਾ ਲੋਕਾਂ ਦਾ ਟਰਾਂਸਪੋਰਟ ਵਾਲੇ ਨੇ, ਦੇਖੋ ਅੱਜ ਦੀ ਮਹਿੰਗਾਈ ਦੇ ਵਿੱਚ ਕਿੰਨਾ ਟਾਇਰਾਂ ਦਾ ਨੁਕਸਾਨ ਹੁੰਦਾ, ਕਿਸੇ ਦਾ ਐਕਸਲ ਟੁੱਟ ਜਾਂਦਾ, ਬਹੁਤ ਬੁਰਾ ਹਾਲ ਆ। ਇਸ ਤੋਂ ਪਹਿਲਾਂ ਵੀ ਅਸੀਂ ਜਥੇਬੰਦੀਆਂ ਨੇ ਪਹਿਲਾਂ ਆਪਣੇ ਬੀਜੇ ਚੌਂਕ ਤੋਂ ਧਰਨਾ ਸਮਰਾਲੇ ਦੇ ਰੋਸ ਮਾਰਚ ਕਰਿਆ ਸੀ ਅਤੇ ਸਮਰਾਲਾ ਜਿਹੜਾ ਖੰਨਾ ਰੋਡ ਆ ਉਹਦਾ ਵੀ ਕਰਿਆ ਸੀ। ਅਤੇ ਸਾਡੇ 'ਤੇ ਜਥੇਬੰਦੀਆਂ ਦੇ ਪਰਚੇ ਵੀ ਹੋਏ ਸਮਰਾਲੇ ਸ਼ਹਿਰ ਦੇ ਵਿੱਚ ਇਹ ਰੋਸ ਮਾਰਚ ਕਰਦਿਆਂ ਦੇ। ਅੱਜ ਵੀ ਅਸੀਂ ਇਹੀ, ਮੈਂ ਤਾਂ ਚਾਹੁੰਦਾ ਸੀ, ਕਿਉਂਕਿ ਮੈਂ ਕਾਂਗਰਸ ਨੂੰ ਵੋਟਾਂ ਪਾਈਆਂ ਨੇ, ਪਿੱਛੇ ਵੀ MLA ਸਾਹਿਬ ਨੂੰ ਵੀ ਪਾਈਆਂ ਨੇ ਅਤੇ MP ਸਾਹਿਬ ਨੂੰ ਵੀ ਪਾਈਆਂ ਨੇ। ਅਸੀਂ ਤਾਂ ਚਾਹੁੰਦੇ ਸੀ ਵੀ ਇਹ ਆਪ ਸੋਚਦਾ ਸੀ ਵੀ MLA ਸਾਹਿਬ ਜਿਹੜੀ ਇਹਨਾਂ ਦੀ ਹੁਣ ਲੜਾਈ ਆ ਉਹਦੇ ਵਿੱਚ ਪੰਜਾਬ ਸਮਰਾਲੇ ਸ਼ਹਿਰ ਵਾਸਤੇ ਅਤੇ ਸਮਰਾਲੇ ਹਲਕੇ ਵਾਸਤੇ ਉਹ ਖੱਟਣਗੇ, ਪਰ ਉਹ ਇਹਦੇ 'ਚ ਵੀ ਕੋਈ ਖੱਟ ਨਹੀਂ ਸਕੇ। ਅਸੀਂ ਤਾਂ MLA ਸਾਹਿਬ ਤੋਂ ਇਹ ਵੀ ਉਮੀਦ ਕਰਦੇ ਸੀ ਵੀ ਸ਼ਾਇਦ ਇਹ ਅੱਜ ਜਿਹੜੀ ਸਾਡੀ ਇੱਕ ਮੰਗ ਆ ਵੀ ਸਮਰਾਲੇ ਨੂੰ ਜ਼ਿਲ੍ਹਾ ਬਣਨਾ ਚਾਹੀਦਾ, ਭੂਗੋਲਿਕ ਸਥਿਤੀ ਦੇ ਤੌਰ 'ਤੇ ਸਮਰਾਲਾ ਸਾਡਾ ਜ਼ਿਲ੍ਹਾ ਬਣਨਾ ਚਾਹੀਦਾ। ਪਰ ਸਾਡੇ ਇੱਥੇ ਜਿਹੜੇ ਲੀਡਰ ਨੇ, ਮੈਂ ਤਾਂ ਕਹਿੰਦਾ ਨਿਕੰਮੇ ਲੀਡਰ ਨੇ, ਨਿਕੰਮੇ ਲੀਡਰਾਂ ਦੀ ਦੇਣ ਕਰਕੇ ਸਾਡਾ ਸਮਰਾਲਾ ਪਿੱਛੇ ਨੂੰ ਜਾ ਰਿਹਾ। ਦੂਸਰੀ ਗੱਲ, ਮੈਂ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਨੂੰ ਵੀ ਇੱਕ ਬੇਨਤੀ ਹੋਰ ਵੀ ਕਰ ਰਿਹਾ ਵੀ ਜਿਹੜਾ ਇੱਕ ਤਹਿਸੀਲਦਾਰ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰਿਆ, ਤਾਂ ਅੱਜ ਅਖਬਾਰ 'ਚ ਮੈਂ ਪੜ੍ਹਿਆ ਵੀ ਸਮੁੱਚੇ ਕਾਨੂੰਗੋ ਤੇ ਸਾਰੇ ਹੜਤਾਲਾਂ ਕਰ ਰਹੇ ਨੇ। ਜਿਹੜਾ ਹੁਣ ਜਨਤਾ ਦਾ ਨੁਕਸਾਨ ਹੋ ਰਿਹਾ ਉਹ ਫੱਟਾ ਲਾ ਦੇਣ, ਇਹਨਾਂ ਨੂੰ ਮਨਜ਼ੂਰੀ ਦੇ ਦੇਣ ਆਪਣੇ DC ਸਾਹਿਬ, ਬਈ ਕਿਸੇ ਨੂੰ ਕੋਈ ਫੜ ਨਹੀਂ ਸਕਦਾ। ਇਹ ਜਿੰਨਾ ਮਰਜ਼ੀ ਭ੍ਰਿਸ਼ਟਾਚਾਰ ਕਰਨ, ਜੋ ਮਰਜ਼ੀ ਕਰਨ, ਇਹਨਾਂ ਦਾ ਰਾਜ ਆ, ਲੋਕ ਰਾਜ ਕੋਈ ਨਹੀਂ ਹੈ। ਮੈਂ ਕਹਿੰਦਾ ਜਿਹੜੇ ਸਾਡੇ ਮੁੱਖ ਮੰਤਰੀ ਦੇ ਵੀ ਰੋਜ਼ ਦੇ ਵਾਅਦੇ ਨੇ ਉਹ ਵੀ ਝੂਠੇ ਨੇ। ਇਹਨਾਂ ਨੂੰ ਤੁਰੰਤ ਜਿੰਨੇ ਵੀ ਇਹ ਹੜਤਾਲ 'ਤੇ ਜਾ ਰਹੇ ਨੇ ਉਹਨਾਂ ਦੀਆਂ ਤਨਖਾਹਾਂ ਕੱਟਣੀਆਂ ਚਾਹੀਦੀਆਂ ਨੇ ਅਤੇ ਉਹਨਾਂ ਨੂੰ ਕੁਛ ਨਾ ਕੁਛ ਚਿਰ ਡਿਸਮਿਸ ਕਰਨਾ ਚਾਹੀਦਾ। ਜ਼ਰੂਰ ਮੈਂ ਤਾਂ ਕਹਿੰਦਾ ਪੱਕੇ ਤੌਰ 'ਤੇ, ਜਿਵੇਂ ਕੈਰੋ ਸਾਹਿਬ ਨੇ ਸੁਣੀ ਦਾ ਬਜ਼ੁਰਗਾਂ 'ਤੇ ਵੀ ਕੈਰੋ ਸਾਹਿਬ ਨੇ ਡਿਸਮਿਸ ਕਰਤੇ ਸੀ ਇਹੋ ਜਿਹੇ ਭ੍ਰਿਸ਼ਟ ਅਧਿਕਾਰੀ, ਤਾਂ ਸਾਡੇ ਪੰਜਾਬ ਦਾ ਕੁਛ ਸੁਧਰ ਸਕਦਾ। ਨਹੀਂ ਤਾਂ ਲੋਲੀਪੋਪ ਸਾਰੇ ਦੇਈ ਜਾਂਦੇ ਨੇ। ਅੱਜ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨੇ 300 ਯੂਨਿਟ ਮਾਫ ਕਰਤੀ, ਹੋਰ ਕੋਈ ਆ ਕੇ ਦਿੱਲੀ ਤੋਂ ਆ ਕੇ ਕਹਿੰਦਾ 500 ਯੂਨਿਟ ਮਾਫ ਕਰ ਦੇਣੀ ਆ, ਕੋਈ ਕਹਿੰਦਾ ਮੈਂ 1000 ਰੁਪਈਆ ਪਾ ਦੇਣਾ। ਇਹ ਜਿਹੇ ਜਿਹੜੇ ਕੰਮ ਨੇ ਇਹਨਾਂ ਤੋਂ ਵੀ ਜਨਤਾ ਨੂੰ ਸੁਚੇਤ ਹੋਣਾ ਚਾਹੀਦਾ। ਕਿਤੇ ਨਾ ਕਿਤੇ ਜੀ 2-3 ਮਹੀਨੇ ਪਹਿਲਾਂ ਇੱਕ ਬਿਆਨ ਆਇਆ ਸੀ ਸੰਭਾਵੀ ਉਮੀਦਵਾਰ ਕਾਂਗਰਸ ਦੇ ਕਰਨਵੀਰ ਢਿੱਲੋਂ ਜੀ, ਸੜਕ ਨੂੰ ਜਲਦ ਬਣਾ ਦਿੱਤਾ ਜਾਊਗਾ, ਪਰ ਹਾਲੇ ਤੱਕ ਬਣੀ ਨਹੀਂ। ਇਹਦੇ ਬਾਰੇ ਕੀ ਕਹਿਣਾ ਜੀ? ਦੇਖੋ ਜੀ, ਉਹਨਾਂ ਦੇ ਬਿਆਨ ਤਾਂ ਬਿਆਨ ਹੀ ਰਹਿ ਜਾਂਦੇ ਨੇ। ਹਰ ਟਾਈਮ ਬਹੁਤ ਬਿਆਨ ਆਉਂਦੇ ਰਹੇ ਨੇ। ਸਾਡੇ ਤਾਂ ਸਮਰਾਲੇ ਦਾ ਇੰਨਾ ਬੁਰਾ ਹਾਲ ਆ, ਸਾਡਾ ਤਾਂ ਇੱਕ ਸਟੇਡੀਅਮ ਨਹੀਂ ਹੈ ਸਮਰਾਲੇ ਸਕੂਲ ਦਾ। ਕਿੱਡਾ ਵੱਡਾ ਹਾਇਰ ਸੈਕੰਡਰੀ ਸਕੂਲ ਆ, ਗਨ ਸਕੂਲ ਦਾ ਨਾ ਕਾਂਗਪਤੀ ਨੇ ਉੱਥੇ ਗਰਾਊਂਡ ਦੇ ਦਿੱਤਾ, ਉਹਦਾ ਬਣ ਗਿਆ। ਪਰ ਇੱਥੇ ਇੱਕ ਸਕੂਲ ਦਾ ਦਾਨ ਕਰੀ ਹੋਈ ਜਗ੍ਹਾ ਸੀ, ਉਹਦੇ ਦੇ ਵਿੱਚ ਵੀ ਬਾਬੇ ਨਾਨਕ ਦੇ ਨਾਂ 'ਤੇ ਸਟੇਡੀਅਮ ਢਾਹ ਕੇ ਪਾਰਕ ਬਣਾ ਦਿੱਤਾ। ਮੈਂ ਨਨਕਾਣਾ ਸਾਹਿਬ ਸਕੂਲ ਦਾ ਪ੍ਰੈਜ਼ੀਡੈਂਟ ਰਿਹਾ 5 ਸਾਲ, ਤਾਂ ਉਹ ਜਦੋਂ ਮੈਂ ਸਕੂਲ ਦਾ ਪ੍ਰੈਜ਼ੀਡੈਂਟ ਸੀ, ਇੱਕ ਅਸੀਂ ਉੱਥੇ ਖੜਾ ਬਣਾਇਆ ਸੀ ਜਵਾਕਾਂ ਦੇ ਖੇਡਣ ਵਾਸਤੇ। ਉਹਦੇ ਸਟੇਡੀਅਮ ਮਤਲਬ ਜਦੋਂ ਖੇਡਾਂ ਹੁੰਦੀਆਂ ਸੀ ਨਨਕਾਣਾ ਸਕੂਲ ਦੀਆਂ, ਅਤੇ ਬੜੇ ਬੜੇ ਵਧੀਆ ਖੈਰ ਦੇ ਦਰਖਤ ਲਗਾਏ ਸੀ, ਬੂਟ ਲਗਾਏ ਸੀ, ਉਹ ਸਾਰੇ ਹੀ ਖਾ ਗਏ, ਇਹ ਰਲ ਮਿਲ ਕੇ ਹੀ ਖਾ ਗਏ। ਕੀ ਇਸੇ ਤਰ੍ਹਾਂ ਸਾਨੂੰ ਧਰਨਿਆਂ ਦੇ ਨਾਲ ਹੀ ਸੜਕਾਂ ਬਣਿਆ ਕਰਨਗੀਆਂ ਜੀ? ਕੀ ਕਹਿਣਾ ਚਾਹੋਗੇ, ਕੀ ਮੰਗ ਕਰਦੇ ਹੋ? ਅਗਲਾ ਕੀ ਹੈ ਤੁਹਾਡਾ ਪ੍ਰੋਗਰਾਮ? ਦੇਖੋ ਜੀ, ਅਸੀਂ ਤਾਂ ਮੰਗ ਇਹ ਕਰਦੇ ਹਾਂ ਵੀ ਜੇ MLA ਸਾਹਿਬ ਨੂੰ ਤੁਰੰਤ ਇਹ ਹੱਲ ਕਰਨਾ ਚਾਹੀਦਾ ਗਾ, ਨਹੀਂ ਧਰਨੇ ਤਾਂ ਲੱਗਣੇ ਹੀ ਨੇ। ਅਸੀਂ ਅੱਗੇ ਪੁਲ ਲਵਾਇਆ, 115 ਦਿਨ ਬੈਠੇ ਹਾਂ ਉੱਥੇ। ਦਿਲਬਰ ਹੋਣੀ ਵੀ, ਮੇਰੇ ਗਗਨ ਹੋਣੀ, ਜਿੰਨੇ ਵੀ ਜਥੇਬੰਦੀਆਂ ਨੇ ਅਸੀਂ ਸਾਰਿਆਂ ਦੇ ਸਹਿ ਲੱਗਿਆ। ਉੱਥੇ ਆ ਕੇ ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਆ ਕੇ ਸਾਡਾ ਉਹਦੇ ਸਾਥ ਦਿੱਤਾ, ਤਾਂ ਸਾਡਾ ਉਹ ਪੁਲ ਲੱਗਿਆ। ਨਹੀਂ ਅੱਧਾ ਸਮਰਾਲਾ ਤਾਂ ਉਹੀ ਖਤਮ ਹੋ ਜਾਣਾ ਸੀ ਜੇ ਉਹ ਪੁਲ ਨਾ ਲੱਗਦਾ। ਆਪਣੇ ਗਰੋਲਪੁਰ ਰੋਡ ਵਾਲੀ
ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ MLA ਸਾਹਿਬ ਨੂੰ ਵੀ ਸੁਭਾਵੀ ਉਮੀਦਵਾਰ ਵੀ ਤੇਰਾ ਬੇਟਾ ਹੀ ਆ, ਵੀ ਪੋਤਾ ਜਿਹੜਾ ਇਹਦੇ ਕਰਕੇ ਤੁਰੰਤ ਇਹ ਸੜਕਾਂ ਦਾ ਹੱਲ ਕਰ ਦੇ, ਤੇ ਜਿਹੜਾ ਤਹਿਸੀਲ ਦੇ ਵਿੱਚ ਭ੍ਰਿਸ਼ਟਾਚਾਰ ਆ ਉਹਦੇ ਤੇ ਵੀ ਕਾਬੂ ਪਾ। ਇਹੀ ਮੇਰੀਆਂ ਬੇਨਤੀਆਂ ਨੇ। ਪ੍ਰਧਾਨ ਮਾਛੜਾ ਸਾਹਿਬ ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰ ਜੋ ਅੱਜ ਦਾ ਧਰਨਾ ਲਗਾਇਆ ਜਾ ਰਿਹਾ, ਲੋਕੀ ਇਸ ਸੜਕ ਨੂੰ ਲੈ ਕੇ ਬਹੁਤ ਸੰਤਾਪ ਭੋਗ ਰਹੇ ਨੇ। ਗੜੀ ਵਾਲੇ ਪੁਲ ਤੋਂ ਲੈ ਕੇ ਸਤਲੁਜ ਦਰਿਆ ਤੱਕ 7-8 ਕਿਲੋਮੀਟਰ ਸੜਕ ਦਾ ਇੰਨਾ ਬੁਰਾ ਹਾਲ ਆ ਕਿ ਸੜਕ ਦਿਖਦੀ ਉਹਨੇ ਖੱਡੇ ਹੀ ਦਿਖ ਰਹੇ ਨੇ। ਐਕਸੀਡੈਂਟ ਹੋ ਰਹੇ ਨੇ, ਮੌਤਾਂ ਹੋ ਰਹੀਆਂ ਨੇ, ਗੱਡੀਆਂ ਟੁੱਟ ਰਹੀਆਂ ਨੇ, ਪਰ ਪ੍ਰਸ਼ਾਸਨ ਦੇ ਸਿਰ ਦਾ ਰਾਜਨੀਤੀ ਨੇਤਾ ਦੇ ਜੂੰ ਨਹੀਂ ਸਰਕਦੀ। ਅਸੀਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਇਹਨੂੰ ਜਲਦੀ ਤੋਂ ਜਲਦੀ ਸੜਕ ਨੂੰ ਬਣਾਇਆ ਜਾਵੇ, ਕਿਉਂਕਿ ਜੇ ਚੋਣ ਜਾਬਤਾ ਲੱਗ ਗਿਆ ਉਹ ਤੋਂ ਬਾਅਦ ਇਹ ਕੰਮ ਨਹੀਂ ਹੋਣਾ। ਦੂਜਾ ਸਤਲੁਜ ਦਾ ਪੁਲ 25 ਦਿਨ ਹੋ ਗਏ ਸਤਲੁਜ ਦੇ ਪੁਲ ਦੀ ਸਲੈਬ ਟੁੱਟੇ ਨੂੰ, ਅੱਜ ਤੱਕ ਉੱਥੇ ਕੋਈ ਕੰਮ ਨਹੀਂ ਹੋਇਆ। ਕਦੋਂ ਹੋਊਗਾ ਬਈ? ਰਸਤੇ ਬੰਦ ਪਏ ਨੇ, ਬੱਸਾਂ ਬੰਦ ਨੇ, ਲੋਕਾਂ ਦੇ ਬਿਜ਼ਨਸ ਬੰਦ ਹੋ ਗਏ, ਪੰਪ ਬੰਦ ਹੋ ਗਏ, ਹੋਟਲ ਬੰਦ ਹੋ ਗਏ। ਇਸ ਲਈ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹਦਾ ਧਿਆਨ ਦੇਣਾ ਚਾਹੀਦਾ। ਜੇ ਇਸ ਧਰਨੇ ਦੀ ਇਹਨਾਂ 'ਤੇ ਕੋਈ ਅਸਰ ਨਾ ਹੋਇਆ ਤਾਂ ਕੋਈ ਵੱਡਾ ਕੰਮ ਲੰਬਿਆ ਜਾਵੇਗਾ, ਤੇ ਅਸੀਂ ਫਿਰ ਉਦੋਂ ਹੀ ਉੱਠਾਂਗੇ ਜਦੋਂ ਸੜਕ ਤਿਆਰ ਹੋਵੇ। ਪ੍ਰਸ਼ਾਸਨਿਕ ਅਧਿਕਾਰੀ ਕੋਈ ਪਹੁੰਚਿਆ ਜੀ ਤੁਹਾਡੇ ਕੋਲ? ਆਇਆ ਕੋਈ? ਸਾਡੇ ਕੋਲ ਨਾਇਬ ਤਹਿਸੀਲਦਾਰ ਪੱਬੀ ਸਾਹਿਬ ਆਏ ਬੈਠੇ ਨੇ, SDO PWD ਆਏ ਬੈਠੇ, JE ਸਾਹਿਬ ਬੈਠੇ ਨੇ। ਉਹ ਸਾਨੂੰ ਭਰੋਸਾ ਦੇ ਰਹੇ ਨੇ ਕਿ ਅਸੀਂ ਪ੍ਰਪੋਜ਼ਲ ਭੇਜੀ ਹੋਈ ਆ। 2 ਮਹੀਨੇ ਹੋ ਗਏ ਪ੍ਰਪੋਜ਼ਲ ਭੇਜੀ ਨੂੰ, ਜੇ ਹੁਣ ਤੱਕ ਨਹੀਂ ਹੋਇਆ ਤਾਂ ਆ 20-22 ਦਿਨ 'ਚ ਪ੍ਰਪੋਜ਼ਲ ਕਿਵੇਂ ਹੋ ਸਕਦੀ ਆ, ਤੇ ਕਿਵੇਂ ਸਾਡੀ ਸੜਕ ਬਣੇ? ਹਲਕਾ ਵਿਧਾਇਕ ਨਾਲ ਨਹੀਂ ਤੁਸੀਂ ਪਹੁੰਚ ਕਰੀ ਜੀ? ਨਹੀਂ, ਹਲਕਾ ਵਿਧਾਇਕ ਨਾਲ ਅਸੀਂ ਅੱਜ ਤੱਕ ਕਦੇ, ਸਾਡੀ ਸੰਸਥਾ ਨੇ ਕਦੇ ਪਹੁੰਚ ਨਹੀਂ, ਕਿਉਂਕਿ ਵਿਧਾਇਕ ਸਾਡੇ ਸਤਿਕਾਰਯੋਗ ਨੇ, ਉਹ ਵੀ ਰੋਜ਼ ਲੰਘਦੇ ਨੇ, ਉਹਨਾਂ ਨੂੰ ਵੀ ਤਾਂ ਲੋਕਾਂ ਦੇ ਦੁੱਖ ਦਰਦ ਦਾ ਪਤਾ ਹੀ ਹੈ ਨਾ। ਹਾਂਜੀ, ਕੀ ਨਾਮ ਹੈ ਜੀ? ਮਨਵੀਰ ਸਿੰਘ ਆ ਜੀ। ਹਾਂਜੀ ਸਵੈਚ ਹਾਂਜੀ ਗੋਬਿੰਦਪੁਰ ਦਾ ਡਰਾਈਵਰ ਆ ਜੀ ਮੈਂ। ਚੱਲਦੇ ਨੇ ਇੱਥੇ 15-20 ਸਾਲ ਪਹਿਲਾਂ ਜਿਹੜਾ ਪੁਲ ਬਣਿਆ ਸੀਗਾ ਜੀ, ਪੁਲ ਵੀ 3 ਵਾਰ ਟੁੱਟ ਲਿਆ। ਜਿਹੜੀ ਸੜਕ ਦਾ ਬਹੁਤ ਬੁਰਾ ਹਾਲ ਹੈ ਜੀ। ਗੱਡੀ ਦੇ ਪੁਲ ਤੋਂ ਲੈ ਕੇ ਕਹਿੰਦੇ ਬਹੁਤ ਮੁਰੰਮਤ ਹੋ ਰਹੀ ਹੈ ਜੀ। ਟੁੱਟੇ ਪਏ ਨੇ, ਰਾਹਗੀਰ ਬਹੁਤ ਪਰੇਸ਼ਾਨ ਹੋ ਰਹੇ ਜੀ। ਮੋਟਰਸਾਈਕਲ ਤੇ ਜਾਣ ਵਾਲਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ। ਬਹੁਤ ਤਕੜੇ ਟੋਏ ਪਏ ਪਏ ਨੇ, ਕੋਈ ਸੁਣਵਾਈ ਨਹੀਂ ਹੁੰਦੀ। ਇਸ ਕਰਕੇ ਸਾਨੂੰ ਇਹ ਧਰਨਾ, ਅਸੀਂ ਆਪਣੀਆਂ ਗੱਡੀਆਂ ਘਰ ਕੇ ਬੈਠੇ ਹਾਂ, ਸਾਰੀ ਲਵਾਈ ਸਾਡੀ ਇਹੀ ਮੰਗ ਪੱਤਰ ਆ ਵੀ ਜਲਦੀ ਜਲਦੀ ਠੀਕ ਕਰੀ ਜਾਵੇ ਜੀ। ਕੀ ਮੰਗ ਕਰਦੇ ਜੀ ਹੋਰ, ਜਿਹੜਾ ਤੁਸੀਂ ਕਿਸੇ ਤੱਕ ਪਹਿਲਾਂ ਪਹੁੰਚ ਨਹੀਂ ਕਰੀ, ਜਾਂ ਜਿੰਨੇ ਵੀ ਟਰਾਂਸਪੋਰਟ ਵਾਲੇ ਨੇ, ਬੱਸਾਂ ਵਾਲੇ? ਕਹਿੰਦੇ ਰਹੇ ਨੇ ਜੀ, ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਪਹਿਲਾਂ ਵੀ ਕਹਿੰਦੇ ਰਹੇ ਨੇ ਅਖਬਾਰਾਂ ਦੇ ਵਿੱਚ ਕੋਈ ਸੁਣਵਾਈ ਨਹੀਂ। ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਮੋਹਨ ਸਿੰਘ ਖੇੜਾ, ਮਾਛੀਵਾੜਾ ਸਾਹਿਬ ਤੋਂ ਜੀ। ਸੋ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਆਹ ਟੁੱਟੀ ਹੋਈ ਸੜਕ ਨੂੰ ਲੈ ਕੇ ਇਹ ਮਾਛੀਵਾੜਾ ਸਾਹਿਬ ਦੇ ਮੇਨ ਰੋਡ ਉੱਤੇ ਧਰਨਾ ਦਿੱਤਾ ਜਾ ਰਿਹਾ, ਸਾਨੂੰ ਇਹ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਆ ਕਿ ਰਾਜਨੀਤਿਕ ਲੋਕਾਂ ਦੀ ਜਾਗ ਬਗੈਰ ਧਰਨੇ ਤੋਂ ਕਿਉਂ ਨਹੀਂ ਖੁੱਲ੍ਹਦੀ। ਆਹ ਇੱਥੋਂ ਤਕਰੀਬਨ 2 ਕਿਲੋਮੀਟਰ ਇੱਕ ਪਾਸਿਓਂ ਸੜਕ ਪੂਰੀ ਟੁੱਟੀ ਪਈ ਆ, ਗੋਡੇ ਜਿੰਨੇ ਟੋਏ ਪੈ ਰਹੇ ਆ। ਕੋਈ ਵੀ ਐਕਸੀਡੈਂਟ ਹੋ ਕੇ ਇੱਥੇ ਕਿਸੇ ਕਿਸਮ ਦਾ ਵੀ ਕੋਈ ਵੀ ਹਾਦਸਾ ਵਾਪਰ ਸਕਦਾ। ਅਤੇ ਨਾਲੇ ਰੋਜ਼ਾਨਾ ਇੱਥੋਂ ਸਾਡਾ MLA ਅਮਰੀਕ ਸਿੰਘ ਇੱਥੋਂ ਰੋਜ਼ਾਨਾ ਲੰਘਦੇ ਨੇ, ਅਤੇ ਅੱਜ ਜਦੋਂ ਧਰਨਾ ਦਿੱਤਾ ਤਾਂ JCB ਆ ਕੇ ਇੱਥੇ ਮਿੱਟੀ ਵੀ ਪਾਉਣ ਲੱਗੀ। ਸੋ ਮੈਂ ਸਮਝਦਾ ਵੀ ਇਹ ਬੜੀ ਅਫਸੋਸ ਦੀ ਗੱਲ ਆ, ਸਾਨੂੰ ਕਹਿਣੀ ਪੈਂਦੀ ਆ। ਅਤੇ ਜੇ ਰਾਜਨੀਤਿਕ ਲੋਕਾਂ ਨਾਲ ਗੱਲ ਕਰੀਏ, ਕਹਿੰਦੇ ਰੂਟੀਨ 'ਚ ਕੰਮ ਹੋ ਰਿਹਾ। ਚਲੋ ਮੰਨਦੇ ਆ ਜੇ ਰੂਟੀਨ 'ਚ ਕੰਮ ਹੋ ਰਿਹਾ, ਜੇ ਅੱਜ ਧਰਨਾ ਦਿੱਤੇ ਤੇ ਇਹ ਟੋਏ ਭਰੇ ਜਾ ਸਕਦੇ ਆ, ਕੀ ਇਹ ਟੋਏ ਪਹਿਲਾਂ ਨਹੀਂ ਸੀ ਭਰੇ ਜਾ ਸਕਦੇ? ਸੋ ਮੈਂ ਸਮਝਦਾ ਵੀ ਇਹ ਰਾਜਨੀਤਿਕ ਲੋਕਾਂ ਦੀ ਜਿਹੜੀ ਜਾਗ ਆ ਇਹ ਛੇਤੀ ਖੁੱਲ੍ਹਦੀ ਨਹੀਂ। ਜੇ ਮੈਂ ਕਿਸਾਨੀ ਮੋਰਚੇ ਦੀ ਗੱਲ ਕਰਾਂ ਤਾਂ 700 ਕਿਸਾਨ ਸ਼ਹੀਦ ਹੋ ਗਿਆ, ਤਾਂ ਉਹ ਸੈਂਟਰ ਦੇ ਮੋਦੀ ਸਰਕਾਰ ਦੇ ਸਾਰੇ ਬੰਦਿਆਂ ਦੀ ਜਾਗ ਖੁੱਲ੍ਹੀ ਆ। ਸੋ ਇਸੇ ਤਰ੍ਹਾਂ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਵੀ ਜਿੱਥੇ ਵੀ ਬਹੁਤ ਜ਼ਿਆਦਾ ਸੜਕ ਟੁੱਟੀ ਹੋਈ ਆ, ਜੇ ਇਹਦੀ ਰਿਪੇਅਰ ਨੂੰ ਦੇਰੀ ਹੋਣੀ ਆ ਤਾਂ ਵੱਡੇ ਟੋਏ ਭਰ ਕੇ ਘੱਟੋ ਘੱਟ ਲੋਕਾਂ ਨੂੰ ਇੱਥੋਂ ਲੰਘਦਾ ਤਾਂ ਕੀਤਾ ਜਾਵੇ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਜਿਹੜੀਆਂ ਵੱਖ-ਵੱਖ ਦਰਿਆ ਦਾ ਜਿਹੜਾ ਪੁਲ ਆ ਉਹ ਟੁੱਟਿਆ ਪਿਆ, ਉਹ ਟਾਈਮ ਨਾਲ ਰਿਪੇਅਰ ਹੋਵੇ। ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਵੱਖ-ਵੱਖ ਜਥੇਬੰਦੀਆਂ ਜਿੰਨੀਆਂ ਵੀ ਇੱਥੇ ਆਈਆਂ ਨੇ ਸਾਰੀਆਂ ਦਾ ਧੰਨਵਾਦ ਕਰਦਾ ਹੋਇਆ ਆਸ ਕਰਦੇ ਹਾਂ ਵੀ ਇਹ ਸਰਕਾਰ ਜਲਦੀ ਤੋਂ ਜਲਦੀ ਇਹਨੂੰ ਰਿਪੇਅਰ ਕਰੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਮੌਜੂਦ ਆ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਕਸਰ ਇਹ ਹਰ ਜਗ੍ਹਾ 'ਤੇ ਜਿਹੜਾ ਸਮਰਾਲਾ ਇਲਾਕਾ ਉਹਦੇ ਵਿੱਚ ਧਰਨਿਆਂ ਦੇ ਸ਼ਮੂਲੀਅਤ ਵੀ ਕਰਦੇ ਆ, ਧਰਨੇ ਲਗਾਉਂਦੇ ਵੀ ਨੇ ਖੁਦ। ਇਹਨਾਂ ਦੇ ਜਿਹੜੇ ਸਰ ਕੀ ਕਹਿਣਾ, ਜਿਹੜੇ ਧਰਨੇ ਵਾਰ-ਵਾਰ ਲਗਾਉਣੇ ਪੈ ਰਹੇ ਨੇ ਸੜਕਾਂ ਦੇ ਖਿਲਾਫ ਜੀ? ਅਸਲ ਦੇ ਵਿੱਚ ਇਹ ਗੱਲ ਹੈ ਜੀ, ਪਿਛਲੇ 3.5 ਸਾਲ ਤੋਂ ਜ਼ਿਆਦਾ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਿਆਂ ਦਾ ਜਿਹੜਾ ਦੌਰ ਚੱਲ ਰਿਹਾ, ਸਰਕਾਰ ਹੀ ਇੰਨੀ ਨਿਕੰਮੀ ਹੈ ਅਤੇ ਸਮਰਾਲੇ ਦੇ ਬੇਭਾਗ ਨੇ ਕਿ ਕੋਈ ਵੀ ਕੰਮ
ਕੋਈ ਵੀ ਛੋਟੀ ਤੋਂ ਛੋਟੀ ਮੰਗ ਵੀ ਈਵਨ ਕਿ ਰੇਟ ਦੇ ਪਰਚੇ ਦਰਜ ਕਰਾਉਣ ਲਈ ਵੀ ਪਹਿਲਾਂ ਤੁਹਾਨੂੰ ਚੌਂਕ ਜਾਮ ਕਰਨਾ ਪੈਂਦਾ, ਫਿਰ ਉਹਨੂੰ ਗ੍ਰਿਫਤਾਰ ਕਰਾਉਣ ਲਈ ਦੁਬਾਰਾ ਫਿਰ ਚੌਂਕ ਜਾਮ ਕਰਨਾ ਪੈਂਦਾ। ਸੋ ਇਹੋ ਜਿਹੇ ਨਿਕੰਮੇ ਔਰ ਇਹੋ ਜਿਹੇ ਜਿਹੜਾ ਅਸੀਂ ਕਹਿੰਦੇ ਮੰਦਭਾਗਾ ਜਿਹੜਾ ਰਵੱਈਆ ਹੈ ਸਰਕਾਰ ਦਾ, ਇਸੇ ਕਰਕੇ ਲੋਕ ਮਜਬੂਰ ਨੇ ਵਾਰ-ਵਾਰ ਸੜਕਾਂ 'ਤੇ ਆਉਣਾ ਪੈਂਦਾ। ਸਰ ਕਿਉਂ ਵੀ ਜਿਹੜਾ ਕਿਤੇ ਪ੍ਰਸ਼ਾਸਨ ਨੂੰ ਜਾਂ ਤੁਸੀਂ ਬਹੁਤ ਪਹਿਲਾਂ ਕਰੀ ਨਹੀਂ, ਜਿਹੜਾ ਪਹਿਲਾਂ ਸਮਰਾਲਾ ਗੰਗਾ ਰੋਡ ਸੀਗਾ ਉਹ ਵੀ ਬਣਾਇਆ, ਜਿਹੜਾ ਮੁਜ਼ਾਹਰਾ ਨਾਲ ਚਾਵਾ ਰੋਡ ਵੀ, ਪਰ ਹੁਣ ਜਿਹੜਾ ਸਮਰਾਲੇ ਤੋਂ ਲੈ ਕੇ ਸਤਲੁਜ ਦਾ ਦਰਿਆ ਜਿਹੜਾ ਉਹਦੀ ਵੀ ਸਲਾਹਿਤ ਸੀ ਔਰ ਉੱਥੇ ਤੱਕ ਰੋਡ ਵੀ ਖਰਾਬ ਆ, ਬੁਰਾ ਹਾਲ ਆ। ਇਸੇ ਤਰ੍ਹਾਂ ਜਿਹੜੀ ਘੋੜਾ ਰੋਡ ਬਣੀ ਸੀ ਇਹ ਵੀ ਟੁੱਟ ਗਈ, ਦੁਬਾਰਾ 2 ਵਾਰ ਰਿਪੇਅਰ ਹੋ ਚੁੱਕੀ ਆ ਔਰ ਅੱਧ ਵਿਚਾਲੇ ਛੱਡੀ ਹੋਈ ਆ। ਇਹ ਕੀ ਕਹੋਗੇ ਕਿ ਹਲਕਾ ਵਿਧਾਇਕ ਆ ਜਿਹੜੇ ਸਾਡੇ, ਉਹਨਾਂ ਵੱਲੋਂ ਕੁਝ ਤੁਸੀਂ ਪਹੁੰਚ ਕਰੀ ਨਹੀਂ ਉਹਨਾਂ ਤੱਕ? ਦੇਖੋ ਅਸੀਂ ਵਿਧਾਇਕ ਸਾਹਿਬ ਨਹੀਂ, ਸਿਰਫ ਜਿਹੜੇ ਜੋ ਵੀ ਮੰਤਰੀ ਨੇ ਇਹਨਾਂ ਦੇ ਰੋਡ ਦੇ ਮੰਤਰੀ ਨੇ ਵਿਜੇਂਦਰ ਸਿੰਗਲਾ ਨੇ ਸੀਗੇ, ਉਹਨਾਂ ਕੋਲ ਵੀ ਮੰਗ ਪੱਤਰ ਲੈ ਕੇ ਪਹਿਲਾਂ ਅਸੀਂ ਸੰਘਰਸ਼ ਤੋਂ ਪਹਿਲਾਂ ਧਰਨੇ ਤੇ ਰੋਸ ਮੁਜ਼ਾਹਰੇ ਤੋਂ ਪਹਿਲਾਂ ਉਹਨਾਂ ਕੋਲ ਮੰਗ ਪੱਤਰ ਲੈ ਕੇ ਗਏ ਸੀ ਇਸੇ ਰੋਡ ਦਾ। ਤੇ ਪਰ ਮਤਲਬ ਇਹਨਾਂ ਦੀ ਨੀਤ ਤੇ ਨੀਤੀ ਆ ਜਿਹੜੀ ਉਹ ਬਿਲਕੁਲ ਲੋਕਾਂ ਦੇ ਪੱਖੀ ਨਹੀਂ ਹੈਗੀ। ਸਿਰਫ ਤੇ ਸਿਰਫ ਜੰਗ ਚਲਾਊਏ ਕੰਮ ਕਰਦੇ ਨੇ। ਇਹਨਾਂ ਦਾ ਮਕਸਦ ਸਿਰਫ ਇੰਨਾ ਹੈ ਕਿ ਕਿਵੇਂ ਨਾ ਕਿਵੇਂ ਜਿਹੜੇ ਟੈਕਸ ਨੂੰ ਚੁਣਿਆ ਹੈ ਉਹਦੇ 'ਚ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਆਪਣਾ ਕਾਰੋਬਾਰ ਵਧਾ ਲੈਣ, ਆਪਣਾ ਕੰਮਕਾਜ ਚਲਾ ਲੈਣ, ਬਸ। ਹੋਰ ਇਹਨਾਂ ਦੀ ਉਹ ਤੋਂ ਵੱਧ ਇਹਨਾਂ ਦਾ ਕੋਈ ਉਪਰਾਲਾ ਨਹੀਂ। ਇਸੇ ਕਰਕੇ ਅੱਜ ਇਹ ਜਿਹੜੀ ਸੜਕ ਆ, ਤੁਸੀਂ ਯਕੀਨ ਕਰੋਗੇ 2 ਸਾਲ ਪਹਿਲਾਂ ਦਾ ਇਹਦਾ ਨਵੀਨੀਕਰਨ ਕੀਤਾ ਸੀ ਇਹਨਾਂ ਨੇ, ਇਹ ਕਹਿੰਦੇ ਸੀਗੇ ਕੀਤਾ ਬੈਂਚਮਾਰਕ ਸੀਗਾ, ਪਰ ਅੱਜ ਇਹ ਸੜਕ 2 ਸਾਲ ਦੇ ਵਿੱਚ ਇੰਨੀ ਮਾੜੀ ਹਾਲਤ ਹੋ ਗਈ। ਪਹਿਲਾਂ ਤਾਂ ਪਰਚਾ ਦਰਜ ਹੋਣਾ ਚਾਹੀਦਾ ਉਹ ਠੇਕੇਦਾਰ ਤੇ, ਜਿਹਨੇ ਇਹ ਸੜਕ ਬਣਾਈ ਆ, ਇੰਨੀ ਨਕੰਮੀ ਬਣਾਈ ਆ। ਫਿਰ ਨਾਲ ਜਿਹਨੂੰ ਹਿੱਸਾ ਆਇਆ ਉਹਨਾਂ ਤੇ ਹੋਣਾ ਚਾਹੀਦਾ। ਜਿਹੜੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਨੇ ਕਰਮਵੀਰ ਸਿੰਘ ਢਿੱਲੋਂ, ਉਹਨਾਂ ਵੱਲੋਂ 2-3 ਮਹੀਨੇ ਪਹਿਲਾਂ ਇੱਕ ਬਿਆਨ ਲਾਇਆ ਕਿ ਜਲਦੀ ਹੀ ਜਿਹੜੀ ਸਮਰਾਲਾ ਮਾਛੀਵਾੜਾ ਰੋਡ ਹੈ ਜਲਦੀ ਬਣਾ ਦਿੱਤੀ ਜਾਊਗੀ, ਪਰ ਕੰਮ ਹਾਲਾਤ ਦੇ ਨੇ, ਪਰ ਸੜਕ ਦੇ ਜਿਹੜੇ ਬੇਮਤਰ ਹੋ ਜਾ ਰਹੇ ਨੇ, ਵੱਡੇ ਵੱਡੇ ਖੱਡੇ ਪਏ ਨੇ, ਪਰ ਹਾਲੇ ਤੱਕ ਕੁਝ ਵੀ ਨਹੀਂ ਹੋਇਆ। ਅੱਜ ਤੁਹਾਨੂੰ ਅੱਕ ਕੇ ਜਿਹੜਾ ਇਹ ਜਾਮ ਕਰਨਾ ਪਿਆ, ਚੱਕਾ ਪੂਰਾ ਜਾਮ ਆ। ਕਿਹੜੀਆਂ ਸੰਸਥਾਵਾਂ ਇਹਦੇ ਵਿੱਚ ਐਡ ਨੇ ਤੇ ਕੀ ਕਹੋਗੇ ਤੁਸੀਂ? ਕਿਸੇ ਅੱਜ ਕੋਈ ਅਧਿਕਾਰੀ ਪਹੁੰਚੇ? ਲਵੇਲਾ ਜੀ, ਤੁਹਾਡੇ ਚੈਨਲ ਦੀ ਨਿਊਜ਼ ਸੀਗੀ, ਤੁਹਾਡੇ ਸ਼ਾਇਦ ਯਾਦ ਹੋਊਗਾ, ਇੱਥੇ ਇਸੇ ਸੜਕ ਦੀ ਤੁਹਾਡੇ ਚੈਨਲ ਦੀ ਨਿਊਜ਼ ਸੀਗੀ ਕਿ ਐਡੇ ਐਡੇ ਟੋਏ ਨੇ। ਉਸ ਗੱਲ ਨੂੰ ਵੀ ਅੱਜ 2 ਮਹੀਨੇ ਤੋਂ ਉੱਤੇ ਮੇਰੀ ਗੱਲ ਚੱਲਦੀ। 2 ਮਹੀਨੇ ਮੀਡੀਆ ਦੇ ਵਿੱਚ ਨਿਊਜ਼ ਚੱਲਣ ਦੇ ਬਾਵਜੂਦ ਵੀ ਜੇ ਸਿਚੁਏਸ਼ਨ ਜਸਦੀ ਤਾਜ਼ਾ, ਤਾਂ ਤੁਸੀਂ ਕੀ ਅਖਬਾਰੀ ਬਿਆਨ, ਉਹ ਕਿਹਦਾ ਅਖਬਾਰੀ ਬਿਆਨ ਆ ਅਤੇ ਉਹਦੀ ਕੀ ਵੈਲਿਊ ਆ, ਇਹ ਤੁਸੀਂ ਮੇਰੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋ। ਸੋ ਆਪਾਂ ਇਹ ਗੱਲ ਕਰਦੇ ਹਾਂ ਕਿ ਰੋਡ ਦੇ ਕੰਨੀ ਜਮਾ ਹੀ ਅਵੇਸਲਾ ਹੋਣਾ। ਹਾਲਾਂਕਿ ਉਹਨਾਂ ਦੇ ਆਪਣੇ ਕਾਰੋਬਾਰ ਨੇ, ਇੱਥੇ ਆਪਣੇ ਕਾਰੋਬਾਰ ਨੇ, ਆਉਂਦੇ ਨੇ, ਉਹਨਾਂ ਦੇ ਜਿੰਨੇ ਵੀ ਨੁਮਾਇੰਦੇ ਨੇ ਕਾਂਗਰਸ ਪਾਰਟੀ ਦੇ, ਇੱਥੇ ਮਾਛੀਵਾੜਾ ਸਾਹਿਬ ਤੋਂ ਸਮਰਾਲੇ ਤੋਂ ਮਾਛੀਵਾੜਾ ਸਾਹਿਬ, ਉਹਨਾਂ ਨੂੰ ਵਾਰ-ਵਾਰ ਆਉਣਾ ਜਾਣਾ ਪੈਂਦਾ, ਇਸੇ ਸੜਕ ਤੋਂ ਲੰਘਦੇ ਨੇ। ਫਿਰ ਵੀ ਮਤਲਬ ਬੜੇ ਦੁੱਖ ਦੀ ਗੱਲ ਆ ਕਿ ਕਿਸੇ ਦਾ ਵੀ ਇਸ ਸੜਕ 'ਤੇ ਕੋਈ ਧਿਆਨ ਨਹੀਂ। ਇਸ ਲਈ ਅਸੀਂ ਅੱਜ ਸਾਥੀਆਂ ਸਮੇਤ ਇਸ ਸੜਕ 'ਤੇ ਆਏ ਹਾਂ, ਇਹ ਚੱਕਾ ਜਾਮ ਕੀਤਾ ਅਤੇ ਇਹ ਸੰਘਰਸ਼ ਦੀ ਅੱਜ ਸ਼ੁਰੂਆਤ ਕਰਤੀ। ਜੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਤੋਂ ਛੇਤੀ ਇਸ ਪਾਸੇ ਧਿਆਨ ਨਹੀਂ ਦੇਊਗੀ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਅਤੇ ਇਹਦੇ ਨਤੀਜੇ ਵੀ ਇਹਨਾਂ ਅਫਸਰਾਂ ਅਤੇ ਲੀਡਰਾਂ ਨੂੰ ਭੁਗਤਣੇ। ਹਜੇ ਤੱਕ ਦੇਖੋ ਜੀ, ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਨਾਇਬ ਤਹਿਸੀਲਦਾਰ ਸਾਹਿਬ ਨੇ ਇੱਥੇ ਮਾਛੀਵਾੜਾ ਤੋਂ, ਉਹਨਾਂ ਦਾ ਸੁਨੇਹਾ ਆਇਆ ਹੋਇਆ, ਪਰ ਉਹ ਵੀ ਹਜੇ ਤੱਕ ਸਾਡੀ ਕੋਈ ਇਹੋ ਜਿਹੀ ਕਹਿ ਲਓ ਵੀ ਜਿਹਦੇ ਨਾਲ ਸਾਡੀ ਸੈਟਿਸਫੈਕਸ਼ਨ ਹੋ ਸਕੇ, ਕੋਈ ਇਹੋ ਜਿਹਾ ਸਾਨੂੰ ਜਵਾਬ ਨਹੀਂ ਹਜੇ ਤੱਕ ਦੇ ਸਕੇ ਜਿਹਦੇ ਨਾਲ ਇਹ ਮਤਲਬ ਸਾਨੂੰ ਯਕੀਨ ਹੋ ਜਾਵੇ ਕਿ ਸੜਕ ਇਹ ਬਸ ਹੁਣ 5-7 ਦਿਨ ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ। ਸੋ ਇਸ ਲਈ ਹਜੇ ਧਰਨਾ ਜਾਰੀ ਆ। ਟਾਈਮ ਅਸੀਂ ਜਿੰਨਾ ਦਿੱਤਾ ਹੋਇਆ ਉਹਨਾਂ ਸਮਾਂ ਅਸੀਂ ਪੂਰਾ ਕਰਾਂਗੇ। ਸਾਨੂੰ ਬਹੁਤ ਅਫਸੋਸ ਆ ਕਿ ਸਾਡੇ ਕਰਕੇ ਆਮ ਲੋਕਾਂ ਨੂੰ ਜਿਹੜੀ ਦਿੱਕਤ ਹੋ ਰਹੀ ਆ, ਪਰ ਸਾਡੀ ਵੀ ਮਜਬੂਰੀ ਆ। ਸਭ ਜਿਹੜਾ ਅੱਜ ਧਰਨਾ ਦਿੱਤਾ ਰੋਡਾਂ ਨੂੰ ਲੈ ਕੇ ਕੀ ਮਸਲਾ ਹੈ, ਕਿੰਨੇ ਦਿਨ ਤੋਂ ਇਹ ਲਟਕਿਆ ਹੋਇਆ, ਕੀ ਕਾਰਨ ਆ? ਇਹ ਪਹਿਲਾ ਜਿਹੜਾ ਧਰਨਾ ਆਪਣਾ ਚੱਲ ਰਿਹਾ ਹੈ, ਇਹ MDR 53 ਹੈਗੀ ਆ, ਪਲਾਨ ਰੋਡ ਹੈਗੀ ਹੈ। ਇਹਦੀ ਸੜਕ ਦੀ ਬੈਲੈਂਸ ਪੋਰਸ਼ਨ ਦਾ ਕੰਮ ਰਹਿੰਦਾ ਸੀ ਆਪਣਾ, ਤੇ ਜਿਹੜਾ ਦਾ ਬੈਲੈਂਸ ਪੋਰਸ਼ਨ ਦਾ ਵਰਕ ਹੈਗਾ ਹੁਣ ਇਹ ਸਾਡਾ ਸਰਕਾਰ ਨੇ ਪ੍ਰੋਗਰਾਮ ਮੰਗਿਆ ਸਾਡੇ ਕੋਲੋਂ, ਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਸਰਕਾਰ ਨੂੰ ਭੇਜ ਚੁੱਕੇ ਹਾਂ। ਇਹ ਬੇਸਿਕਲੀ ਹੈਗਾ ਮੇਨ ਵਰਕ ਪ੍ਰੋਗਰਾਮ ਆਫ ਨਿਊ ਪਲਾਨ ਰੋਡਸ ਦਾ ਸਰਕਾਰ ਦਾ ਪ੍ਰੋਗਰਾਮ ਹੈਗਾ, ਤੇ ਉਹਦੇ ਵਿੱਚ ਸਰਕਾਰ ਨੂੰ ਭੇਜ ਚੁੱਕੇ ਹਾਂ ਪ੍ਰੋਗਰਾਮ। ਤੇ 15/9/21 ਨੂੰ ਇਹ ਜਿਹੜਾ ਪ੍ਰਪੋਜ਼ਲ ਸੀਗਾ ਜਿਹੜਾ ਸਰਕਾਰ ਨੂੰ ਅਸੀਂ ਭੇਜ ਚੁੱਕੇ ਹਾਂ ਹੈੱਡ ਆਫਿਸ ਤੋਂ, ਤੇ ਹੁਣ ਜਲਦ ਹੀ ਸਰਕਾਰ ਨੇ ਇਹਦੀ ਅਪਰੂਵਲ ਦੇ ਦੇਣੀ ਹੈ। ਵੀ ਆਰ ਐਕਸਪੈਕਟਿੰਗ ਕਿ ਵਿਦਿਨ ਅ ਮੰਥ ਔਰ ਸੋ ਇਹਦੀ ਅਪਰੂਵਲ ਉਹ ਤੋਂ ਵੀ ਪਹਿਲਾਂ ਸ਼ਾਇਦ ਆ ਜਾਏਗੀ। ਜਸਟ ਕੀ ਪ੍ਰਪੋਜ਼ਲ ਭੇਜਿਆ ਹੋਇਆ, ਅਪਰੂਵਲ ਪੈਂਡਿੰਗ ਹੈ। ਵੰਸ ਅਪਰੂਵਲ ਕਮਸ, ਟੈਂਡਰਿੰਗ ਵਿਲ ਬੀ ਡਨ ਐਂਡ ਵਰਕ ਵਿਲ ਬੀ ਸਟਾਰਟਡ। ਸਰ ਇੰਨੀ ਦੇਰ ਕਿਉਂ ਲੱਗ ਰਹੀ ਹੈ ਇਹ ਪ੍ਰਪੋਜ਼ਲਾਂ ਨੂੰ? ਸਿਰਫ ਸਮਰਾਲੇ ਹਲਕੇ ਦੀਆਂ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਦੇਖੋ, ਇਹ ਜਿਹੜਾ ਪ੍ਰਪੋਜ਼ਲ ਹੈਗਾ ਸਰਕਾਰ ਦਾ, ਇਹ ਪੂਰੇ ਪੰਜਾਬ ਦੀਆਂ ਸੜਕਾਂ 'ਚ ਹੈਗੀਆਂ ਨੇ, ਸਰਕਾਰ ਨੇ ਲਈਆਂ ਨੇ। 175 ਸੜਕਾਂ ਪੂਰੇ ਪੰਜਾਬ ਦੀਆਂ ਨੇ, ਤੇ 730.26 ਕਰੋੜ ਦਾ ਪ੍ਰੋਜੈਕਟ ਹੈ ਸਰਕਾਰ ਦਾ। PCI 1 ਤੇ 2 ਵਾਲੀ ਜਿਹੜੀ ਸੜਕਾਂ ਆਪਣੀ ਹੈਗੀਆਂ ਨੇ, ਜਿਹਦੀ ਕੰਡੀਸ਼ਨ ਬਹੁਤ ਮਾੜੀ ਹੈ, 1 ਮੀਨਸ ਵੈਰੀ ਵੈਰੀ ਪੂਅਰ ਜਿਹੜੀ ਸੜਕ ਕੰਡੀਸ਼ਨਸ ਹੈਗੀਆਂ ਨੇ, ਉਹਦੇ ਵਿੱਚ ਸਰਕਾਰ ਨੇ ਪ੍ਰਾਇੋਰਟੀ ਲਿੱਤੀ ਹੈ ਸਰਕਾਰ ਨੂੰ।
ਉਸ ਪ੍ਰਾਇੋਰਟੀ ਵੀ ਸੜਕਾਂ ਸਾਰੀਆਂ ਲਈਆਂ ਨੇ ਪੂਰੇ ਪੰਜਾਬ ਦੇ ਵਿੱਚ, ਤੇ ਉਹ 'ਚ ਸ਼ਾਮਿਲ ਹੈ ਸੜਕ ਆਪਣੀ। ਤੇ 22.5 ਕਰੋੜ ਦਾ ਇਹਦਾ ਪ੍ਰੋਜੈਕਟ ਐਸਟੀਮੇਟ ਹੈਗਾ, ਪ੍ਰਪੋਜ਼ਲ ਅਸੀਂ ਭੇਜਿਆ ਸਰਕਾਰ ਨੂੰ, ਤੇ ਵੀ ਆਰ ਐਕਸਪੈਕਟਿੰਗ ਕਿ ਸੂਨ ਇਹਦੀ ਅਪਰੂਵਲ ਉਸ ਪ੍ਰੋਗਰਾਮ 'ਚ ਆ ਜਾਏਗੀ ਤੇ ਨਾਲ ਹੀ ਵਰਕ ਕਮੈਂਸ ਹੋ ਜਾਏਗਾ ਜਲਦੀ। ਸਰ ਇਹ ਕਾਫੀ ਦੇਰ ਤੋਂ ਸੁਣਦੇ ਆ ਰਹੇ ਆ ਵੀ ਪ੍ਰਪੋਜ਼ਲ ਭੇਜੀ ਆ ਕਰਕੇ ਅੱਜ ਦੇਖੋ ਸਰਕਾਰ ਨੇ ਇਹਦਾ ਵਰਕ ਪ੍ਰੋਗਰਾਮ ਤਿਆਰ ਕਰਾਇਆ, ਹੁਣ ਇੱਕ ਸਪੈਸ਼ਲ ਤਿਆਰ ਕਰਾਇਆ ਪ੍ਰੋਗਰਾਮ, ਤੇ ਉਸ ਪ੍ਰੋਗਰਾਮ ਦੇ ਵਿੱਚ ਇਹਦਾ ਪ੍ਰੋਵੀਜ਼ਨ ਹੈਗਾ, ਤੇ ਉਹ ਸਰਕਾਰ ਨੇ ਬਸ ਹੁਣ ਜਲਦੀ ਅਪਰੂਵਲ ਦੇ ਦੇਣੀ ਹੈ। ਤੇ ਵੀ ਆਰ ਰੈਡੀ ਦੇਖਿਆ ਜਾਵੇ ਤਾਂ ਇਹ ਮੱਛੀਵਾੜਾ ਰੋਡ ਸਮਰਾਲਾ ਖੰਨਾ ਜਿਹੜਾ ਹਾਈਵੇ ਬਣਿਆ ਦਿੱਲੀ ਤੋਂ, ਤੇ ਉਹ ਮੋਸਟਲੀ ਟੁੱਟਿਆ ਹੀ ਰਹਿੰਦਾ, ਹੁਣ ਪੁਲ ਫੇਰ ਦੁਬਾਰਾ ਟੁੱਟ ਗਿਆ, ਕੀ ਕਾਰਨ? ਜਿਹੜੇ ਤੁਸੀਂ ਪੁਲ ਦੀ ਗੱਲ ਕਰ ਰਹੇ ਹੋ, ਸਤਲੁਜ ਦਰਿਆ ਦੇ ਕੋਲ ਗੱਲ ਕਰ ਰਹੇ ਹੋਗੇ, ਫਸਟ ਆਫ ਆਲ ਮੈਂ ਕਲੀਅਰ ਕਰ ਦਵਾਂ ਵੀ ਪ੍ਰਾਂਤਕ ਉਪਮੰਡਲ ਸਮਰਾਲਾ ਦੇ ਕੋਲ ਨਹੀਂ ਹੈਗਾ, ਇਹ ਮੇਰੇ ਕੋਲ ਨਹੀਂ ਹੈਗਾ ਪ੍ਰੋਜੈਕਟ, ਇਹ ਨਵਾਂ ਸ਼ਹਿਰ ਦੇ ਕੋਲ ਪ੍ਰੋਜੈਕਟ ਹੈਗਾ, ਤਾਂ ਇਸ ਕਰਕੇ ਉਹ ਮੇਰੇ ਕੋਲ ਤਾਂ ਹੁਣ ਪ੍ਰੋਜੈਕਟ ਹੈ ਨਹੀਂ ਹੈ ਬੇਸਿਕਲੀ ਐਟ ਪ੍ਰੈਜ਼ੈਂਟ ਰਾਈਟ ਨਾਓ। ਤੇ ਜਿਹੜੇ ਤੁਸੀਂ ਨੈਸ਼ਨਲ ਹਾਈਵੇ ਦੀ ਗੱਲ ਕਰ ਰਹੇ ਹੋ, ਜਿਹੜਾ ਸੜਕ ਹੁਣ ਤਿਆਰ ਕੀਤੀ ਹੈ ਨੈਸ਼ਨਲ ਹਾਈਵੇ, ਉਹ ਵੀ ਸਾਡੇ ਕੋਲ ਨਹੀਂ, ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਕੋਲ ਹੈ, ਉਹ ਸਾਡੇ ਡਿਪਾਰਟਮੈਂਟ ਦੇ ਕੋਲ ਨਹੀਂ ਹੈ। ਸੜਕਾਂ ਬਣਦੀਆਂ ਬਾਅਦ ਵਿੱਚ ਟੁੱਟ ਪਹਿਲਾਂ ਜਾਂਦੀਆਂ ਨੇ, ਕੀ ਕਾਰਨ ਹੈ? ਮਟੀਰੀਅਲ ਦਾ ਕੀ ਹੈ? ਮਟੀਰੀਅਲ ਦੀ ਕੁਆਲਿਟੀ ਪੂਰੀ ਟੈਸਟਿੰਗ ਹੁੰਦੀ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਬੇਸਿਕਲੀ ਜੇ ਕੋਈ ਇਸ਼ੂ ਹੈਗਾ ਤਾਂ ਉਹ ਇਮੀਡੀਏਟ ਰੈਕਟੀਫਾਈ ਕਰ ਦਿੱਤਾ ਜਾਂਦਾ ਹੈ। ਕਈ ਵਾਰ ਕੀ ਹੁੰਦਾ ਕਿ ਸੜਕ ਪੈ ਗਈ, ਲੁੱਕ ਪੈ ਗਈ, ਤੇ ਇਮੀਡੀਏਟਲੀ ਗੱਡੀ ਚੜ੍ਹ ਗਈ ਉਹਦੇ ਤੇ, ਲੁੱਕ ਜੇ ਸੌਫਟ ਹੁੰਦੀ ਹੈ, ਤਾਂ ਇਸ ਕਰਕੇ ਪ੍ਰੋਬਲਮਸ ਕਈ ਵਾਰ ਆ ਜਾਂਦੀਆਂ ਨੇ। ਲੋਕਾਂ ਸੜਕਾਂ ਦੇ ਉੱਤਰਨਾ ਪੈ ਰਿਹਾ, ਰੋਡ ਜਾਮ ਕਰਨੇ ਪੈ ਰਹੇ ਨੇ। ਦੇਖੋ ਜੀ ਕੀ ਆਸ਼ਵਾਸਨ ਦੋਗੇ ਵੀ ਕਦੋਂ ਤੱਕ ਕੰਮ ਸ਼ੁਰੂ ਹੋ ਜਾਊ? ਦੇਖੋ ਸਰਕਾਰ ਨੇ ਵਰਕ ਪ੍ਰੋਗਰਾਮ ਤਿਆਰ ਕਰਾਇਆ ਡਿਊ ਪਲਾਨ ਰੋਡਸ ਦਾ, ਸਰਕਾਰ ਨੇ ਜੇ ਇਹਨੂੰ ਅਪਰੂਵ ਕਰਨਾ ਹੈ ਤਾਂ ਹੀ ਤਿਆਰ ਕਰਾਇਆ ਪ੍ਰੋਗਰਾਮ, ਤੇ ਡੈਫੀਨੇਟਲੀ ਤੇ ਅਪਰੂਵਲ ਆਣੀ ਤਾਂ ਹੈਗੀ ਹੋਈ ਹੈ ਸਰਕਾਰ ਕੋਲੋਂ, ਬਿਕਾਜ਼ ਤਿਆਰ ਕਰਾਇਆ ਇੱਕ 730.26 ਕਰੋੜ ਦਾ ਪ੍ਰੋਜੈਕਟ ਤਿਆਰ ਕਰਾਇਆ ਸਰਕਾਰ ਨੇ, ਤੇ ਇਟ ਇਜ਼ ਟੂ ਬੀ ਡਨ। ਅਗਰ ਕਰਨਾ ਹੈ ਕੰਮ ਸਰਕਾਰ ਨੇ ਤਾਂ ਹੀ ਤਿਆਰ ਕਰਾਇਆ ਪ੍ਰੋਗਰਾਮ, ਤਾਂ ਅਪਰੂਵਲ ਆ ਜਾਏਗੀ। ਇਸ ਕਰਕੇ ਚੋਣ ਜਾਬਤਾ ਲੱਗਣ ਨੂੰ ਰੈਡੀ ਦੇਖੋ these are the things to be decided government level, तो सरकार ਮੈਨੂੰ ਲੱਗਦਾ ਬੜੀ ਛੇਤੀ ਅਪਰੂਵਲ ਦੇ ਦੇਗੀ ਇਹਦੀ, ਬਿਕੋਜ਼ ਇਟ ਇਜ਼ ਮਤਲਬ ਸੈਕਟਰੀ ਲੈਵਲ ਤੋਂ ਅਸੀਂ ਭੇਜ ਚੁੱਕੇ ਹਾਂ ਸਰਕਾਰ ਨੂੰ ਆਲਰੇਡੀ।